ਪਹਿਲੀ ਸਦੀ ਦੌਰਾਨ ਜਦੋਂ ਰੋਮੀ ਸੰਸਾਰ ਤੇ ਰਾਜ ਕਰਦੇ ਸਨ, ਤਦ ਸਾਮਰਾਜ ਦੇ ਪੂਰਬ ਵੱਲ ਜ਼ਮੀਨੀ ਪੱਧਰ ਤੇ ਇੱਕ ਨਵੀਂ ਸੱਭਿਆਚਾਰਕ ਲਹਿਰ ਦਾ ਜਨਮ ਹੋਇਆ। ਹਾਂ, ਇਹ ਯਹੂਦੀ ਲੋਕਾਂ ਵਿਚਾਲੇ ਸ਼ੁਰੂ ਹੋਇਆ ਜੋ ਸਦੀਆਂ ਤੋਂ ਸਾਰੇ ਸੰਸਾਰ ਭਰ ਵਿੱਚ ਖਿੰਡੇ ਹੋਏ ਸਨ। ਪਰ ਜਿੱਥੇ ਵੀ ਉਹ ਰਹਿੰਦੇ ਸਨ ਜਾਂ ਜੋ ਵੀ ਉਹ ਬੋਲੀ ਬੋਲਦੇ ਸਨ, ਉਹਨਾਂ ਆਪਣੀ ਪਹਿਚਾਣ ਬਣਾਈ ਰੱਖੀ ਕਿ ਉਹ ਅਬਰਾਹਮ ਦੀ ਸੰਤਾਨ ਅਤੇ ਇੱਕੋ ਸੱਚੇ ਪਰਮੇਸ਼ਵਰ ਨੂੰ ਮੰਨਣ ਵਾਲੇ ਸਨ। ਅਤੇ ਹਰੇਕ ਸਾਲ ਉਹ ਪਵਿੱਤਰ ਪਰਬ ਮਨਾਉਣ ਲਈ ਯਰੂਸ਼ਲਮ ਵਿੱਚ ਆਉਂਦੇ ਸਨ। ਇਹਨਾਂ ਵਿੱਚੋਂ ਇੱਕ ਪਰਬ ਪੰਤੇਕੁਸਤ ਦੇ ਸਮੇਂ ਇਹਨਾਂ ਯਾਤਰੀਆਂ ਦੀ ਮੁਲਾਕਾਤ ਯਹੂਦੀਆਂ ਦੀ ਇੱਕ ਟੋਲੀ ਨਾਲ ਹੁੰਦੀ ਹੈ, ਜੋ ਕਿਸੇ ਤਰ੍ਹਾਂ ਉਹਨਾਂ ਸਭਨਾਂ ਦੀ ਸਥਾਨਕ ਬੋਲੀ ਬੋਲ ਸਕਦੇ ਸਨ। ਹਾਂ, ਉਹ ਯਿਸੂ ਨਾਮ ਦੇ ਮਨੁੱਖ ਬਾਰੇ ਗੱਲਾਂ ਦੱਸ ਰਹੇ ਸਨ, ਜਿਸ ਨੂੰ ਰੋਮੀਆਂ ਨੇ ਮੌਤ ਦੀ ਸਜ਼ਾ ਦਿੱਤੀ ਸੀ। ਉਹਨਾਂ ਨੇ ਦਾਅਵਾ ਕੀਤਾ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਹੁਣ ਇਸਰਾਇਲ ਅਤੇ ਸਾਰੇ ਸੰਸਾਰ ਦੇ ਸੱਚੇ ਰਾਜਾ ਵਜੋਂ ਉੱਚਾ ਕੀਤਾ ਗਿਆ ਹੈ, ਅਤੇ ਇਹ ਯਿਸੂ ਹੁਣ ਲੋਕਾਂ ਨੂੰ ਉਸ ਦੇ ਆਦਰਸ਼ ਨੂੰ ਅਪਣਾਉਣ ਅਤੇ ਉਸ ਦੇ ਸ਼ਾਸਨ ਅਧੀਨ ਜੀਉਣ ਲਈ ਬੁਲਾ ਰਿਹਾ ਸੀ, ਜਿਸ ਨੂੰ ਪਰਮੇਸ਼ਵਰ ਦਾ ਰਾਜ ਕਿਹਾ ਜਾਂਦਾ ਹੈ। ਅਤੇ ਹਜ਼ਾਰਾਂ ਯਹੂਦੀਆਂ ਨੇ ਯਰੂਸ਼ਲਮ ਵਿੱਚ ਰਹਿਣ ਅਤੇ ਲਹਿਰ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਹ ਲਹਿਰ ਗਿਣਤੀ ਅਤੇ ਪ੍ਰਭਾਵ ਵਿੱਚ ਵਧਦੀ ਗਈ ਅਤੇ ਇਸ ਨੂੰ ਲੋਕਾਂ ਦੀ ਤਰਫਦਾਰੀ ਮਿਲੀ। ਪਰ ਯਰੂਸ਼ਲਮ ਦੀ ਹੈਕਲ ਦੇ ਆਗੂਆਂ ਦੀ ਨਹੀਂ। ਉਹ ਇਸ ਸਾਰੀ ਲਹਿਰ ਨੂੰ ਇੱਕ ਘਾਤਕ ਧਾਰਮਿਕ ਪੰਥ ਦੇ ਰੂਪ ਵਿੱਚ ਵੇਖਦੇ ਸਨ ਅਤੇ ਉਹਨਾਂ ਨੇ ਇਸ ਦੇ ਇੱਕ ਆਗੂ ਇਸਤੀਫਾਨ ਨੂੰ ਵੀ ਮਾਰ ਦਿੱਤਾ ਸੀ। ਹੁਣ ਯਰੂਸ਼ਲਮ ਵਿੱਚ ਰਹਿਣਾ ਸੁਰੱਖਿਅਤ ਨਹੀਂ ਸੀ ਅਤੇ ਇਸ ਲਈ ਜ਼ਿਆਦਾਤਰ ਚੇਲੇ ਬਾਹਰਲੇ ਇਲਾਕੇ ਯਹੂਦੀਆਂ ਵੱਲ ਭੱਜ ਗਏ। ਸ਼ਾਇਦ ਤੁਸੀਂ ਸੋਚੋਗੇ ਕਿ ਇਸ ਕਹਾਣੀ ਦਾ ਅੰਤ ਹੋ ਗਿਆ, ਪਰ ਅਸਲ ਵਿੱਚ ਇਹ ਦੁਖਾਂਤ ਘਟਨਾ ਇਸ ਲਹਿਰ ਦੇ ਯਰੂਸ਼ਲਮ ਤੋਂ ਬਾਹਰ ਫੈਲਣ ਦਾ ਕਾਰਨ ਬਣ ਗਈ। ਇੱਥੋਂ ਰਸੂਲਾਂ ਦੇ ਕਰਤੱਵ ਦੀ ਕਿਤਾਬ ਦਾ ਦੂਜਾ ਭਾਗ ਸ਼ੁਰੂ ਹੁੰਦਾ ਹੈ। ਖਿੰਡੇ ਹੋਏ ਚੇਲੇ ਸਾਮਰੀਆ ਵਰਗੇ ਖੇਤਰ ਵਿੱਚ ਜਾ ਪਹੁੰਚੇ, ਜਿੱਥੇ ਉਹਨਾਂ ਦੇ ਪ੍ਰਾਚੀਨ ਦੁਸ਼ਮਣ ਰਹਿੰਦੇ ਸਨ। ਹਾਂ, ਅਤੇ ਲੂਕਾ ਸਾਨੂੰ ਦੱਸਦਾ ਹੈ ਕਿ ਜਿਨ੍ਹਾਂ ਲੋਕਾਂ ਤੋਂ ਕੋਈ ਉਮੀਦ ਨਹੀਂ ਸੀ, ਉਹ ਸਾਰੇ ਅਚਾਨਕ ਯਿਸੂ ਦੇ ਪਿੱਛੇ ਚੱਲਣਾ ਸ਼ੁਰੂ ਕਰਦੇ ਹਨ, ਜਿਵੇਂ ਕਿ ਸਾਮਰੀਆ ਦਾ ਇੱਕ ਜਾਦੂਗਰ, ਜਿਸ ਨੇ ਇਹ ਸਿੱਖਿਆ ਕਿ ਯਿਸੂ ਦੇ ਰਾਹ ਦਾ ਤਰੀਕਾ ਸੱਤਾ ਪ੍ਰਾਪਤ ਕਰਨ ਬਾਰੇ ਨਹੀਂ ਹੈ, ਪਰ ਤਿਆਗ ਨਾਲ ਦੂਜਿਆਂ ਦੀ ਸੇਵਾ ਕਰਨਾ ਹੈ। ਹਬਸ਼ ਦੇਸ਼ ਦੇ ਇੱਕ ਅਧਿਕਾਰੀ ਦੀ ਵੀ ਇੱਕ ਕਹਾਣੀ ਹੈ, ਜੋ ਫਿਲਿਪੁਸ ਨਾਲ ਯਸਾਇਆ ਨਬੀ ਦੀ ਪੋਥੀ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਲਹਿਰ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰਦਾ ਹੈ। ਬਿਲਕੁਲ, ਯਿਸੂ ਆਪਣੇ ਅੰਦੋਲਨ ਨੂੰ ਯਹੂਦੀਆ ਅਤੇ ਸਾਮਰੀਆ ਵਿੱਚ ਫੈਲਾ ਰਿਹਾ ਹੈ, ਜਿਵੇਂ ਉਸਨੇ ਆਖਿਆ ਸੀ, ਜੋ ਕਿ ਬਹੁਤ ਵਧੀਆ ਹੈ। ਪਰ ਹੁਣ ਯਰੂਸ਼ਲਮ ਵਿੱਚ ਸਾਡੀ ਮੁਲਾਕਾਤ ਤਰਸੂਸ ਦੇ ਸੌਲਸ ਨਾਲ ਹੁੰਦੀ ਹੈ। ਉਹ ਉਸ ਧਾਰਮਿਕ ਸਭਾ ਦਾ ਹਿੱਸਾ ਹੈ ਜੋ ਨਵੀਂ ਲਹਿਰ ਦਾ ਵਿਰੋਧ ਕਰਦੇ ਹਨ, ਅਤੇ ਉਹ ਹਰ ਸੰਭਵ ਸਥਾਨ ਤੇ ਯਿਸੂ ਦੇ ਚੇਲਿਆਂ ਨੂੰ ਲੱਭਦਾ ਅਤੇ ਗ੍ਰਿਫਤਾਰ ਕਰਦਾ ਹੈ। ਉਹ ਬਹੁਤ ਜ਼ਾਲਮ ਹੈ। ਪਰ ਉਸ ਦੇ ਨਜ਼ਰੀਏ ਤੋਂ ਸੋਚੋ, ਪੁਰਾਣੇ ਸਮਿਆਂ ਵਿੱਚ ਇਸਰਾਇਲ ਹੋਰ ਦੇਵਤਿਆਂ ਤੇ ਝੂਠੇ ਨਬੀਆਂ ਵੱਲ ਮੁੜਿਆ ਅਤੇ ਤਬਾਹੀ ਵੱਲ ਗਿਆ। ਉਹਨੂੰ ਯਕੀਨ ਸੀ ਕਿ ਉਹ ਇਹਨਾਂ ਲੋਕਾਂ ਨੂੰ ਕਾਬੂ ਕਰਕੇ ਇਸਰਾਇਲ ਅਤੇ ਪਰਮੇਸ਼ਵਰ ਦੇ ਸਨਮਾਨ ਦੀ ਰਾਖੀ ਕਰ ਰਿਹਾ ਸੀ। ਅਤੇ ਫਿਰ ਸੌਲਸ ਸੁਣਦਾ ਹੈ ਕਿ ਇਹ ਲਹਿਰ ਉੱਤਰ ਵਿੱਚ ਦਮਿਸ਼ਕ ਵੱਲ ਫੈਲ ਗਈ ਹੈ, ਇਸ ਲਈ ਉਹ ਹੋਰ ਚੇਲਿਆਂ ਨੂੰ ਲੱਭਣ ਅਤੇ ਗ੍ਰਿਫਤਾਰ ਕਰਨ ਲਈ ਉੱਧਰ ਨਿਕਲਦਾ ਹੈ। ਅਤੇ ਰਾਹ ਵਿੱਚ ਸੌਲਸ ਦਾ ਸਾਹਮਣਾ ਅਚਾਨਕ ਜੀ ਉੱਠੇ ਯਿਸੂ ਨਾਲ ਹੁੰਦਾ ਹੈ। ਯਿਸੂ ਸੌਲਸ ਨੂੰ ਪੁੱਛਦਾ ਹੈ ਕਿ ਉਹ ਉਸ ਦਾ ਵਿਰੋਧ ਕਿਉਂ ਕਰ ਰਿਹਾ ਹੈ, ਅਤੇ ਫਿਰ ਯਿਸੂ ਸੌਲਸ ਨੂੰ ਆਦੇਸ਼ ਦਿੰਦਾ ਹੈ ਕਿ ਉਹ ਹੁਣ ਉਸ ਨੂੰ ਇਸਰਾਇਲ ਅਤੇ ਕੌਮਾਂ ਵਿੱਚ ਪ੍ਰਸਤੁਤ ਕਰੇ। ਅਤੇ ਸੌਲਸ ਬਹੁਤ ਹੈਰਾਨ ਹੋ ਕੇ ਚੁੱਪ ਰਹਿੰਦਾ ਹੈ ਅਤੇ ਇਸ ਲਈ ਉਹ ਦਮਿਸ਼ਕ ਵਿੱਚ ਪਹੁੰਚਦਾ ਹੈ, ਪਰ ਹੁਣ ਉਹ ਯਿਸੂ ਬਾਰੇ ਖੁਸ਼ਖਬਰੀ ਦਾ ਪ੍ਰਚਾਰ ਕਰ ਰਿਹਾ ਹੈ, ਜਿਸ ਦਾ ਉਹ ਪਹਿਲਾਂ ਵਿਰੋਧ ਕਰ ਰਿਹਾ ਸੀ। ਕਿਸੇ ਨੇ ਵੀ ਇਹ ਉਮੀਦ ਨਹੀਂ ਕੀਤੀ ਸੀ। ਬਿਲਕੁਲ, ਅਤੇ ਜੋ ਅੱਗੇ ਹੋਇਆ ਉਹ ਵੀ ਕੁਝ ਅਜਿਹਾ ਹੀ ਸੀ। ਕੈਸਰੀਆ ਦੇ ਬੰਦਰਗਾਹ ਸ਼ਹਿਰ ਵਿੱਚ ਇੱਕ ਰੋਮੀ ਸੂਬੇਦਾਰ ਸੀ, ਜਿਸ ਦਾ ਨਾਮ ਕੁਰਨੇਲੀਅਸ ਸੀ, ਅਤੇ ਉਹ ਰੋਮੀ ਪੇਸ਼ੇ ਦਾ ਪ੍ਰਤੀਨਿਧੀ ਸੀ, ਜਿਸ ਨਾਲ ਯਹੂਦੀ ਨਫ਼ਰਤ ਕਰਦੇ ਸਨ। ਇੱਕ ਦੂਤ ਉਸ ਕੋਲ ਪ੍ਰਗਟ ਹੋ ਕੇ ਉਸ ਨੂੰ ਪਤਰਸ ਨਾਮ ਦੇ ਆਦਮੀ ਨੂੰ ਬੁਲਾਉਣ ਲਈ ਕਹਿੰਦਾ ਹੈ। ਪਤਰਸ ਕੁਰਨੇਲੀਅਸ ਦੇ ਘਰ ਆਉਂਦਾ ਹੈ ਅਤੇ ਕੁਰਨੇਲੀਅਸ ਦੇ ਦੋਸਤਾਂ ਅਤੇ ਉਸ ਦੇ ਪਰਿਵਾਰ ਨੂੰ ਇਕੱਠੇ ਹੋਏ ਵੇਖਦਾ ਹੈ। ਹਾਂ, ਅਤੇ ਇਹ ਬਹੁਤ ਹੀ ਕਾਨੂੰਨੀ ਗੱਲ ਹੈ। ਰਸਮੀ ਅਸ਼ੁੱਧਤਾ ਤੋਂ ਬਚਣ ਲਈ ਯਹੂਦੀ ਲੋਕ ਗੈਰ ਯਹੂਦੀ ਘਰ ਵਿੱਚ ਦਾਖਲ ਨਹੀਂ ਹੁੰਦੇ ਸਨ। ਤਾਂ ਪਤਰਸ ਕੀ ਕਰਨ ਜਾ ਰਿਹਾ ਹੈ? ਖੈਰ, ਇਸ ਤੋਂ ਠੀਕ ਪਹਿਲਾਂ ਪਤਰਸ ਨੇ ਇੱਕ ਦਰਸ਼ਨ ਵੇਖਿਆ ਸੀ। ਪਰਮੇਸ਼ਵਰ ਉਸ ਦੇ ਕੋਲ ਜਾਨਵਰਾਂ ਦਾ ਝੁੰਡ ਲਿਆਇਆ ਜੋ ਉਸ ਦੇ ਲੋਕਾਂ ਨੂੰ ਖਾਣ ਤੋਂ ਵਰਜਿਆ ਗਿਆ ਸੀ, ਅਤੇ ਫਿਰ ਪਰਮੇਸ਼ਵਰ ਨੇ ਪਤਰਸ ਨੂੰ ਕਿਹਾ, ਇਹ ਖਾਓ। ਅਤੇ ਇਹ ਪਤਰਸ ਲਈ ਹੈਰਾਨ ਕਰਨ ਵਾਲੀ ਘਟਨਾ ਹੈ। ਉਹ ਆਖਦਾ ਹੈ, ਮੈਂ ਕਦੇ ਕੁਝ ਅਸ਼ੁੱਧ ਨਹੀਂ ਖਾਧਾ। ਅਤੇ ਪਰਮੇਸ਼ਵਰ ਜਵਾਬ ਦਿੰਦਾ ਹੈ, ਜਿਸ ਨੂੰ ਮੈਂ ਸ਼ੁੱਧ ਕੀਤਾ ਉਸ ਨੂੰ ਅਸ਼ੁੱਧ ਨਾ ਆਖ। ਬਸ ਫਿਰ ਦਰਸ਼ਨ ਖਤਮ ਹੋ ਗਿਆ। ਤਾਂ ਕੀ ਪਤਰਸ ਨਵੀਂ ਭੋਜਨ ਪ੍ਰਣਾਲੀ ਸ਼ੁਰੂ ਕਰਨ ਜਾ ਰਿਹਾ ਸੀ? ਨਹੀਂ, ਉਹ ਇੱਕ ਇਸਰਾਇਲੀ ਹੈ ਅਤੇ ਉਸਨੇ ਆਪਣੀ ਪੂਰੀ ਜ਼ਿੰਦਗੀ ਇਹਨਾਂ ਰਿਵਾਇਤੀ ਭੋਜਨ ਵਿਧੀਆਂ ਦਾ ਸਨਮਾਨ ਕੀਤਾ ਹੈ। ਇਹ ਦਰਸ਼ਨ ਉਸ ਨੂੰ ਉਸ ਸਮੇਂ ਲਈ ਤਿਆਰ ਕਰ ਰਿਹਾ ਸੀ ਜਦੋਂ ਉਹ ਸ਼ੁੱਧ ਗੈਰ ਇਸਰਾਇਲੀ ਲੋਕਾਂ ਦੇ ਵਿਚਕਾਰ ਖੜਾ ਹੋਵੇਗਾ, ਅਤੇ ਉਸ ਨੂੰ ਸਮਝ ਆ ਗਈ ਕਿ ਪਰਮੇਸ਼ਵਰ ਐਲਾਨ ਕਰ ਰਿਹਾ ਹੈ ਕਿ ਇਹ ਲੋਕ ਵੀ ਅਬਰਾਹਮ ਦੇ ਘਰਾਣੇ ਦਾ ਹਿੱਸਾ ਹਨ। ਅਤੇ ਇਸ ਲਈ ਪਤਰਸ ਨੇ ਉੱਥੇ ਰਹਿਣ ਅਤੇ ਉਹਨਾਂ ਨੂੰ ਯਿਸੂ ਬਾਰੇ ਦੱਸਣ ਦਾ ਫੈਸਲਾ ਕੀਤਾ। ਅਤੇ ਪਵਿੱਤਰ ਆਤਮਾ ਪ੍ਰਗਟ ਹੁੰਦਾ ਹੈ, ਜਿਵੇਂ ਉਸਨੇ ਪੰਤੇਕੁਸਤ ਵਿੱਚ ਕੀਤਾ ਸੀ, ਪਰ ਹੁਣ ਉਹ ਇੱਕ ਰੋਮੀ ਸੂਬੇਦਾਰ ਅਤੇ ਉਸ ਦੇ ਗੈਰ ਯਹੂਦੀ ਪਰਿਵਾਰ ਲਈ ਹੈ। ਲਹਿਰ ਹੋਰ ਅੱਗੇ ਵੱਧਦੀ ਗਈ ਅਤੇ ਇਸ ਤਰ੍ਹਾਂ ਪਤਰਸ ਯਰੂਸ਼ਲਮ ਜਾ ਕੇ ਦੂਜੇ ਰਸੂਲਾਂ ਨੂੰ ਜੋ ਹੋਇਆ ਸੀ ਉਹ ਸਭ ਦੱਸਦਾ ਹੈ, ਅਤੇ ਉਹਨਾਂ ਨੂੰ ਉੱਤਰ ਦੇ ਵੱਡੇ ਵਪਾਰਕ ਸ਼ਹਿਰ ਅੰਤਾਕੀਆ ਤੋਂ ਵੀ ਅਜਿਹੀਆਂ ਖਬਰਾਂ ਆਉਣ ਲੱਗੀਆਂ ਕਿ ਬਹੁਤ ਸਾਰੇ ਗੈਰ ਯਹੂਦੀ ਵੀ ਯਿਸੂ ਦੇ ਮਗਰ ਚੱਲ ਰਹੇ ਹਨ। ਇਸ ਲਈ ਉਹਨਾਂ ਨੇ ਬਰਨਬਾਸ ਨਾਮ ਦੇ ਇੱਕ ਮਨੁੱਖ ਨੂੰ ਉੱਥੇ ਜਾਂਚ ਪੜਤਾਲ ਕਰਨ ਲਈ ਭੇਜਿਆ। ਬਰਨਬਾਸ ਅੰਤਾਕੀਆ ਵਿੱਚ ਯਿਸੂ ਦੇ
ਲਹਿਰ ਨੂੰ ਸਰਗਰਮ ਅਤੇ ਵਧਦੇ ਹੋਏ ਵੇਖਦਾ ਹੈ ਅਤੇ ਉਹ ਵੇਖਦਾ ਹੈ ਕਿ ਇਸ ਵਿੱਚ ਸਾਰੀ ਦੁਨੀਆ ਦੇ ਲੋਕ ਸ਼ਾਮਿਲ ਹਨ। ਅਤੇ ਇਸ ਲਈ ਬਰਨਬਾਸ ਸੌਲਸ ਨੂੰ 1 ਸਾਲ ਲਈ ਅੰਤਾਕਿਆ ਵਿੱਚ ਉਸ ਨਾਲ ਕੰਮ ਕਰਨ ਲਈ ਨਿਯੁਕਤ ਕਰਦਾ ਹੈ। ਉਹ ਉੱਥੇ ਲੋਕਾਂ ਵਿੱਚ ਰਹਿ ਰਹੇ ਹਨ, ਉਪਦੇਸ਼ ਦਿੰਦੇ ਹੋਏ ਲਹਿਰ ਨੂੰ ਵਧਦੇ ਹੋਏ ਵੇਖ ਰਹੇ ਹਨ। ਅੰਤਾਕਿਆ ਦੀ ਕਲੀਸਿਆ ਯੀਸ਼ੂ ਦਾ ਪਹਿਲਾ ਅੰਤਰਰਾਸ਼ਟਰੀ ਸਮਾਜ ਸੀ ਅਤੇ ਇਹ ਉਹ ਥਾਂ ਹੈ ਜਿੱਥੇ ਯੀਸ਼ੂ ਦੇ ਚੇਲਿਆਂ ਨੂੰ ਪਹਿਲਾ ਮਸੀਹ ਦੇ ਲੋਕ ਆਖਿਆ ਗਿਆ ਸੀ। ਅਤੇ ਇਸ ਤਰ੍ਹਾਂ ਯੀਸ਼ੂ ਦਾ ਰਾਹ ਅਰਥਾਤ ਯਰੂਸ਼ਲਮ ਦੇ ਮਸੀਹੀ ਯਹੂਦੀਆਂ ਦੇ ਸਮੂਹ ਤੋਂ ਪੂਰੀ ਦੁਨੀਆ ਵਿੱਚ ਫੈਲ ਰਹੀ ਯੀਸ਼ੂ ਦੀ ਬਹੁਜਾਤੀ ਲਹਿਰ ਵਿੱਚ ਬਦਲ ਗਿਆ। ਉਹਨਾਂ ਦਾ ਵਿਸ਼ਵਾਸ ਇੱਕੋ ਜਿਹਾ ਸੀ, ਇਹ ਸਲੀਬ ਦਿੱਤੇ ਗਏ ਯੀਸ਼ੂ ਬਾਰੇ ਖੁਸ਼ਖਬਰੀ ਉੱਤੇ ਕੇਂਦਰਿਤ ਸੀ ਜੋ ਸਾਰੀਆਂ ਕੌਮਾਂ ਦਾ ਰਾਜਾ ਹੈ। ਪਰ ਇਹ ਸੰਦੇਸ਼ ਅਤੇ ਉਹਨਾਂ ਦੀ ਨਵੀਂ ਜੀਵਨ ਸ਼ੈਲੀ ਆਲੇ ਦੁਆਲੇ ਦੇ ਰਹਿਣ ਵਾਲੇ ਆਮ ਰੋਮੀ ਵਸਨੀਕਾਂ ਲਈ ਉਲਝਾਉਣ ਵਾਲੀ, ਇੱਥੋਂ ਤੱਕ ਕਿ ਖਤਰੇ ਭਰੀ ਸੀ। ਅਤੇ ਅਸੀਂ ਅੱਗੇ ਵੇਖਾਂਗੇ ਕਿ ਜਿਵੇਂ ਇਹ ਲਹਿਰ ਵਿਸ਼ਵ ਵਿਆਪੀ ਹੁੰਦੀ ਹੈ ਜਾਂ ਯੀਸ਼ੂ ਦੇ ਕਹੇ ਅਨੁਸਾਰ ਧਰਤੀ ਦੇ ਬੰਨੇ ਤੱਕ ਜਾਂਦੀ ਹੈ ਤਾਂ ਇਸ ਦੇ ਨਤੀਜੇ ਵਜੋਂ ਟਕਰਾਅ ਹੁੰਦਾ ਹੈ।